ਪਾਰਲੀਮੈਂਟ ਵਿੱਚ ਇਮੀਗ੍ਰੇਸ਼ਨ ਦੇ ਕੰਮ ਦੀ ਹੌਲੀ ਚੱਲ ਰਹੀ ਪ੍ਰਕਿਰਿਆ ਤੇ ਬਹਿਸ। ਕੰਜ਼ਰਵੇਟਿਵ ਪਾਰਟੀ ਵੱਲੋਂ ਐਮਪੀ ਜਸਰਾਜ ਸਿੰਘ ਹੱਲੜ ਨੇ ਚੁੱਕੇ ਕਈ ਸਵਾਲ। ਬੱਚਿਆਂ ਦੀ ਸੰਭਾਲ ਲਈ ਵਿੱਤੀ ਮਦਦ ਅੱਜ ਕੈਨੇਡਾ ਸਰਕਾਰ ਨੇ ਮਾਪਿਆਂ ਨੂੰ ਭੇਜੀ। ਦੱਸਾਂਗੇ ਕੈਨੇਡਾ ਰੈਵਨਿਊ ਏਜੰਸੀ ਨੇ ਮਾਪਿਆਂ ਦੇ ਲਈ ਕੀ ਦਿੱਤੀ ਜਾਣਕਾਰੀ। ਕੈਨੇਡਾ ਸਰਕਾਰ ਦੀਆਂ ਤੇ ਹੋਰ ਵੈਬਸਾਈਟਸ ਨੂੰ ਸਾਈਬਰ ਹਮਲੇ ਦਾ ਹੋ ਗਿਆ ਸੀ ਖਤਰਾ। ਕਈ ਘੰਟੇ ਤੱਕ ਕੀਤੀਆਂ ਗਈਆਂ ਆਫਲਾਈਨ। ਕੈਨੇਡਾ ਵਾਸੀਆਂ ਦੇ ਲਈ ਕੈਨੇਡਾ ਪੋਸਟ ਵੱਲੋਂ ਜਾਣਕਾਰੀ। ਜੇਕਰ ਆਪਣਿਆਂ ਨੂੰ ਕ੍ਰਿਸਮਸ ਦੇ ਲਈ ਤੋਹਫੇ ਭੇਜਣੇ ਨੇ ਤਾਂ ਤਰੀਕਾਂ ਦੱਸੀਆਂ ਕਿ ਉਹਨਾਂ ਤਰੀਕਾਂ ਤੋਂ ਪਹਿਲਾਂ ਤੋਹਫੇ ਭੇਜੋਗੇ ਤਾਂ ਪਹੁੰਚ ਜਾਣਗੇ। ਬ੍ਰਿਟਿਸ਼ ਕੋਲੰਬੀਆ ਵਿੱਚ ਹੜ੍ਹ ਕਰਕੇ ਲੱਗੀ ਐਮਰਜੈਂਸੀ 'ਚ ਹੋਰ ਜ਼ਿਆਦਾ ਵਾਧਾ ਕਰ ਦਿੱਤਾ ਗਿਆ ਤੇ ਨਾਲ ਹੀ ਹੁਣ ਕਿਹੜੀ ਸਰਵਿਸ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ, ਇਸ ਦੇ ਬਾਰੇ ਵੀ ਦੱਸਾਂਗੇ। ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਕੰਮ ਦੇ ਵਾਸਤੇ ਜੋ ਇਸ ਸਮੇਂ ਲਗਾਤਾਰ ਦੇਰੀ ਹੋ ਰਹੀ ਹੈ। ਲੰਮੇ ਸਮੇਂ ਤੋਂ ਕਈ ਲੋਕਾਂ ਦੇ ਵੱਲੋਂ ਕੰਮ ਦੇ ਲਈ ਉਡੀਕ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ, ਤਾਂ ਉਸ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਐਮਪੀ ਜਸਰਾਜ ਸਿੰਘ ਹੱਲੜ ਨੇ ਪਾਰਲੀਮੈਂਟ ਵਿੱਚ ਸਵਾਲ ਚੁੱਕੇ, ਜਿਸ ਦੇ ਵਿੱਚ ਉਹਨਾਂ ਨੇ ਬੈਕਲੌਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 18 ਲੱਖ ਤੋਂ ਵੱਧ ਪ੍ਰਵਾਸੀ ਜੋ ਇਸ ਸਮੇਂ ਆਪਣੀਆਂ ਫਾਈਲਾਂ ਦੇ ਉੱਤੇ ਜਵਾਬ ਦੇ ਲਈ ਉਡੀਕ ਕਰ ਰਹੇ ਨੇ। ਜੋ ਬੈਕਲੌਗ ਇਸ ਸਮੇਂ ਇਮੀਗ੍ਰੇਸ਼ਨ ਵਿਭਾਗ ਕੋਲ ਇਕੱਠਾ ਹੋ ਗਿਆ ਹੈ, ਜੋ ਕਾਫੀ ਵੱਡੀ ਚੁਣੌਤੀ ਬਣਿਆ ਹੋਇਆ, ਜਿਸ ਦੇ ਕਰਕੇ ਇਸ ਸਮੇਂ ਜੋ ਕਾਮਿਆਂ ਦੀ ਕਮੀ ਦਾ ਵਿਦੇਸ਼ ਭਰ ਵਿੱਚ ਵਪਾਰੀਆਂ ਦੇ ਵੱਲੋਂ ਸਾਹਮਣਾ ਕੀਤਾ ਜਾ ਰਿਹਾ, ਉਸ ਦੇ ਉੱਤੇ ਵੀ ਪ੍ਰਭਾਵ ਪੈ ਰਿਹਾ ਹੈ। ਤਾਂ ਉਧਰ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੋਵਿਡ-19 ਦੇ ਦੌਰਾਨ ਜੋ ਕੰਮ ਦੇ ਉੱਤੇ ਪ੍ਰਭਾਵ ਪਿਆ, ਉਸ ਤੋਂ ਉੱਭਰਦੇ ਹੋਏ ਲਗਾਤਾਰ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਦੱਸਣਯੋਗ ਹੈ ਕਿ ਇਮੀਗ੍ਰੇਸ਼ਨ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਕਿ ਇਸੇ ਸਾਲ 4 ਲੱਖ ਤੋਂ ਵੱਧ ਜਣਿਆਂ ਨੂੰ ਪੱਕੇ ਕਰਨ ਦਾ ਜੋ ਟੀਚਾ ਮਿਥਿਆ ਗਿਆ, ਉਸ ਨੂੰ ਪੂਰਾ ਕੀਤਾ ਜਾਵੇਗਾ। ਇਸ ਨਾਲ ਅਗਲੀ ਖਬਰ ਹੈ ਕਿ ਬੱਚਿਆਂ ਦੀ ਸੰਭਾਲ ਦੇ ਲਈ ਕੈਨੇਡਾ ਸਰਕਾਰ ਵੱਲੋਂ ਜੋ ਮਾਪਿਆਂ ਨੂੰ ਵਿੱਤੀ ਮਦਦ ਦਿੱਤੀ ਜਾਂਦੀ ਹੈ, ਉਹ ਮਦਦ ਅੱਜ ਭੇਜੀ ਗਈ ਹੈ। ਉਸ ਦੇ ਬਾਰੇ ਕੈਨੇਡਾ ਰੈਵਨਿਊ ਏਜੰਸੀ ਨੇ ਕੀ ਕੁਝ ਦੱਸਿਆ, ਉਹ ਤੁਹਾਨੂੰ ਦੱਸਾਂਗੇ। ਕੈਨੇਡਾ ਰੈਵਨਿਊ ਏਜੰਸੀ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਯਾਨੀ ਕਿ ਸੋਮਵਾਰ ਨੂੰ ਕੈਨੇਡਾ ਚਾਈਲਡ ਬੈਨੀਫਿਟ ਦੇ ਵਾਸਤੇ ਜਿਹੜੀ ਕਿ ਪੇਮੈਂਟ ਦਿੱਤੀ ਜਾਂਦੀ ਹੈ, ਉਸ ਨੂੰ ਜਾਰੀ ਕਰ ਦਿੱਤਾ ਗਿਆ ਹੈ। ਯਾਨੀ ਕਿ ਬੱਚਿਆਂ ਦੇ ਵਾਸਤੇ ਜਿਹੜੇ ਵੀ ਮਾਪਿਆਂ ਨੂੰ ਵਿੱਤੀ ਪੱਧਰ ਦੇ ਉੱਤੇ ਕੈਨੇਡਾ ਸਰਕਾਰ ਵੱਲੋਂ ਮਦਦ ਮਿਲਦੀ ਹੈ, ਅੱਜ ਉਸ ਨੂੰ ਜਾਰੀ ਕੀਤਾ ਗਿਆ ਹੈ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਾਂ ਤਾਂ ਕਈਆਂ ਨੂੰ ਇਹ ਮਦਦ ਪਹੁੰਚ ਚੁੱਕੀ ਹੋਵੇਗੀ ਤੇ ਜੇਕਰ ਕਈਆਂ ਨੂੰ ਇਹ ਮਦਦ ਨਹੀਂ ਵੀ ਪਹੁੰਚੀ ਹੈ ਤਾਂ ਉਸ ਦੇ ਬਾਰੇ ਕੈਨੇਡਾ ਰੈਵਨਿਊ ਏਜੰਸੀ ਨੂੰ ਫੋਨ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਹੋ ਸਕਦਾ ਹੈ ਕਿ ਇਸ ਦੇ ਵਾਸਤੇ ਕਰੀਬ 10 ਤੱਕ ਬਿਜ਼ਨਸ ਡੇਜ਼ ਯਾਨੀ ਕਿ ਜਿਹੜੇ ਦਿਨਾਂ ਵਿੱਚ ਕੰਮ ਹੁੰਦਾ ਹੈ, ਉਹ 10 ਦਿਨ ਤਕਰੀਬਨ ਲੱਗ ਸਕਦੇ ਨੇ। ਤੇ ਜੇਕਰ 10 ਦਿਨ ਤੋਂ ਬਾਅਦ ਵੀ ਪੇਮੈਂਟ ਨਹੀਂ ਆਉਂਦੀ ਤਾਂ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪਰ ਜੇਕਰ ਤੁਸੀਂ ਆਪਣੀ ਪੇਮੈਂਟ ਦੇ ਬਾਰੇ ਕਿ ਉਹ ਕਿੱਥੇ ਪਹੁੰਚੀ ਹੈ ਤੇ ਕਦੋਂ ਤੱਕ ਤੁਹਾਡੇ ਕੋਲ ਆਵੇਗੀ, ਪੂਰਾ ਸਟੇਟਸ ਚੈੱਕ ਕਰਨਾ ਹੈ, ਤਾਂ ਜੋ CRA ਦੇ ਉੱਤੇ ਤੁਹਾਡਾ ਅਕਾਊਂਟ ਬਣਿਆ ਹੋਇਆ ਹੈ, ਉਸ ਦੇ ਉੱਤੇ ਲੌਗਇਨ ਕਰਕੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ, ਜਿਸ ਵਾਸਤੇ ਬਾਰ-ਬਾਰ ਕੈਨੇਡਾ ਰੈਵਨਿਊ ਏਜੰਸੀ ਨੂੰ ਫੋਨ ਕਰਨ ਦੀ ਲੋੜ ਵੀ ਨਹੀਂ ਹੋਵੇਗੀ, ਕਿਉਂਕਿ ਇਸ ਦੇ ਲਈ ਕਾਫੀ ਲੰਮਾ ਚਿਰ ਉਡੀਕ ਕਰਨੀ ਪੈਂਦੀ ਹੈ। ਜਦੋਂ ਫੋਨ ਕੀਤਾ ਜਾਂਦਾ ਹੈ ਤਾਂ ਸਰਵਿਸ ਦੇ ਵਿੱਚ ਹੋਰ ਜ਼ਿਆਦਾ ਦੇਰੀ ਹੁੰਦੀ ਹੈ ਜਦੋਂ ਅਜਿਹੇ ਸਵਾਲਾਂ ਦੇ ਵਾਸਤੇ ਫੋਨ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਜਵਾਬ ਆਨਲਾਈਨ ਵੈਬਸਾਈਟ ਦੇ ਉੱਤੇ ਮਿਲ ਸਕਦੇ ਨੇ। ਅੱਗੇ ਜਾਣਕਾਰੀ, ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ CRA ਦੀ ਵੈਬਸਾਈਟ, ਗੋ ਟ੍ਰਾਂਜ਼ਿਟ ਦੀ ਵੈਬਸਾਈਟ ਤੇ ਹੋਰ ਕਈ ਵੈਬਸਾਈਟਸ ਜਿਨ੍ਹਾਂ ਨੂੰ ਹੈਕਿੰਗ ਦਾ ਖਤਰਾ ਹੋ ਗਿਆ ਸੀ, ਤੁਰੰਤ ਆਫਲਾਈਨ ਕਰ ਦਿੱਤਾ ਗਿਆ ਸੀ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੀ ਵੈਬਸਾਈਟ ਨੂੰ ਵੀ ਆਫਲਾਈਨ ਕਰਨਾ ਪਿਆ ਉਸ ਸਮੇਂ ਜਦੋਂ ਇਸ ਸੰਬੰਧੀ ਖਤਰਾ ਬਣ ਗਿਆ ਸੀ ਕਿ ਸਾਈਬਰ ਹਮਲਾ ਉਹਨਾਂ ਦੀ ਵੈਬਸਾਈਟ ਦੇ ਉੱਤੇ ਹੋ ਸਕਦਾ ਹੈ। ਕੈਨੇਡਾ ਵਿੱਚ ਸ਼ਨੀਵਾਰ ਨੂੰ ਕਈ ਵੈਬਸਾਈਟਸ ਅਜਿਹੀਆਂ ਸਨ ਜੋ ਕਿ ਆਫਲਾਈਨ ਕਰ ਦਿੱਤੀਆਂ ਗਈਆਂ। ਦੁਨੀਆ ਪੱਧਰ ਦੇ ਉੱਤੇ ਸਾਈਬਰ ਹਮਲੇ ਨੂੰ ਲੈ ਕੇ ਧਮਕੀ ਆਉਣ ਦੇ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਦੇ ਬਾਰੇ ਮੰਨਿਆ ਜਾ ਰਿਹਾ ਸੀ ਕਿ ਵੈਬਸਾਈਟਸ ਨੂੰ ਹੈਕ ਕੀਤਾ ਜਾ ਰਿਹਾ ਹੈ ਜਾਂ ਫਿਰ ਜਾ ਸਕਦਾ ਹੈ, ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕੁਝ ਵੈਬਸਾਈਟਸ ਨੂੰ ਹੈਕ ਕਰ ਲਿਆ ਗਿਆ ਹੋਵੇ, ਜਿਸ ਤੋਂ ਬਾਅਦ ਤੁਰੰਤ ਕੈਨੇਡਾ ਦੇ ਫੈਡਰਲ ਵਿਭਾਗ ਦੇ ਵੱਲੋਂ ਕਈ ਵੈਬਸਾਈਟਸ ਦੇ ਵਾਸਤੇ ਚੇਤਾਵਨੀ ਵੀ ਜਾਰੀ ਕੀਤੀ ਗਈ ਤੇ CRA ਯਾਨੀ ਕਿ ਕੈਨੇਡਾ ਰੈਵਨਿਊ ਏਜੰਸੀ ਦੀ ਵੈਬਸਾਈਟ ਨੂੰ ਤਾਂ ਆਫਲਾਈਨ ਕਰ ਦਿੱਤਾ ਗਿਆ ਸੀ, ਜਿਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਗੋ ਟ੍ਰਾਂਜ਼ਿਟ ਦੀ ਵੈਬਸਾਈਟ ਨੂੰ ਵੀ ਆਫਲਾਈਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸ਼ਨੀਵਾਰ ਦੀ ਸ਼ਾਮ ਤੱਕ ਗੋ ਟ੍ਰਾਂਜ਼ਿਟ ਦੀ ਵੈਬਸਾਈਟ ਨੂੰ ਮੁੜ ਤੋਂ ਚਲਾ ਵੀ ਦਿੱਤਾ ਗਿਆ, ਜਿਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਸ ਦੇ ਨਾਲ ਹੀ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੀ ਵੈਬਸਾਈਟ ਨੂੰ ਵੀ ਆਫਲਾਈਨ ਕਰ ਦਿੱਤਾ ਗਿਆ ਸੀ, ਜਿਸ ਦੇ ਬਾਰੇ ਐਤਵਾਰ ਨੂੰ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਤੋਂ ਬਾਅਦ ਜੋ ਕਈ ਵੈਬਸਾਈਟਸ ਨੂੰ ਆਫਲਾਈਨ ਕੀਤਾ ਗਿਆ ਤਾਂ ਕਈ ਘੰਟੇ ਤੋਂ ਬਾਅਦ ਦੁਬਾਰਾ ਤੋਂ ਵੈਬਸਾਈਟਸ ਨੂੰ ਚਲਾ ਵੀ ਦਿੱਤਾ ਗਿਆ, ਪਰ ਇਸ ਮੌਕੇ ਇਹ ਸਥਾਈ ਬਣਾਇਆ ਗਿਆ ਕਿ ਉਹਨਾਂ ਨੂੰ ਸੁਰੱਖਿਅਤ ਬਣਾ ਲਿਆ ਜਾਵੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਿੰਨੇ ਵੀ ਲੋਕਾਂ ਦੀ ਜਾਣਕਾਰੀ ਉਹਨਾਂ ਵੈਬਸਾਈਟਸ ਦੇ ਉੱਤੇ ਮੌਜੂਦ ਹੈ, ਉਸ ਨੂੰ ਸੁਰੱਖਿਅਤ ਬਣਾਉਣ ਦੇ ਵਾਸਤੇ ਲਗਾਤਾਰ ਕਦਮ ਚੁੱਕੇ ਜਾਂਦੇ ਨੇ ਤੇ ਇਸੇ ਨੂੰ ਲੈ ਕੇ ਹੁਣ ਵੀ ਕਦਮ ਚੁੱਕੇ ਗਏ ਨੇ
ਤਾਂ ਕਿ ਕਿਸੇ ਦੇ ਵੱਲੋਂ ਵੀ ਕਿਸੇ ਸਾਈਬਰ ਹਮਲੇ ਦੇ ਰਾਹੀਂ ਕੋਈ ਨੁਕਸਾਨ ਨਾ ਕੀਤਾ ਜਾਵੇ, ਨਾ ਹੀ ਕਿਸੇ ਦੀ ਕੋਈ ਜਾਣਕਾਰੀ ਚੋਰੀ ਹੋਵੇ, ਜਿਸ ਦੇ ਵਾਸਤੇ ਇਹਨਾਂ ਵੈਬਸਾਈਟਸ ਨੂੰ ਤੁਰੰਤ ਆਫਲਾਈਨ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਸ ਦੇ ਉੱਤੇ ਕੰਮ ਵੀ ਕੀਤਾ ਗਿਆ। ਹੁਣ ਤੁਹਾਨੂੰ ਜਾਣਕਾਰੀ ਦੱਸਾਂਗੇ ਜੋ ਕੈਨੇਡਾ ਪੋਸਟ ਨੇ ਤਰੀਕਾਂ ਦੱਸੀਆਂ ਨੇ ਕਿ ਉਹਨਾਂ ਤਰੀਕਾਂ ਤੋਂ ਪਹਿਲਾਂ ਜੇਕਰ ਤੋਹਫੇ ਭੇਜੇ ਜਾਣਗੇ ਤਾਂ ਆਪਣਿਆਂ ਦੇ ਤੱਕ ਕੈਨੇਡਾ ਵਾਸੀ ਤੋਹਫੇ ਪਹੁੰਚਾ ਸਕਦੇ ਨੇ। ਕੈਨੇਡਾ ਪੋਸਟ ਵੱਲੋਂ ਤਰੀਕਾਂ ਜਾਰੀ ਕੀਤੀਆਂ ਗਈਆਂ ਨੇ, ਜਿਵੇਂ ਕਿ ਕੈਨੇਡਾ ਭਰ ਵਿੱਚ ਕ੍ਰਿਸਮਸ ਦੇ ਮੌਕੇ ਇੱਕ ਦੂਜੇ ਨੂੰ ਤੋਹਫੇ ਭੇਜਣ ਤੇ ਨਾਲ ਹੀ ਕਾਰਡ ਭੇਜਣ ਦੀਆਂ ਤਿਆਰੀਆਂ ਜੇਕਰ ਕੀਤੀਆਂ ਜਾ ਰਹੀਆਂ ਨੇ ਤਾਂ ਕੈਨੇਡਾ ਪੋਸਟ ਨੇ ਤਰੀਕਾਂ ਜਾਰੀ ਕਰਕੇ ਦੱਸਿਆ ਹੈ ਕਿ ਉਹਨਾਂ ਤਰੀਕਾਂ ਤੋਂ ਪਹਿਲਾਂ ਜੇਕਰ ਕਾਰਡ ਜਾਂ ਤੋਹਫੇ ਭੇਜੇ ਜਾਂਦੇ ਨੇ ਤਾਂ ਕ੍ਰਿਸਮਸ ਤੱਕ ਆਪਣਿਆਂ ਤੱਕ ਤੁਸੀਂ ਤੋਹਫੇ ਜਾਂ ਕਾਰਡ ਪਹੁੰਚਾ ਸਕਦੇ ਹੋ, ਜਿਸ ਦੇ ਵਾਸਤੇ ਦੱਸਿਆ ਗਿਆ ਹੈ ਕਿ ਵੱਖੋ ਵੱਖਰੇ ਖੇਤਰਾਂ ਦੇ ਲਈ ਵੱਖੋ ਵੱਖਰਾ ਸਮਾਂ ਹੈ ਜਿਸ ਦੀ ਕਿ ਮਿਆਦ ਦਿੱਤੀ ਗਈ ਹੈ। ਜੇਕਰ ਲੋਕਲ ਕਿਸੇ ਨੂੰ ਕੋਈ ਪਾਰਸਲ ਭੇਜਣਾ ਹੈ ਤਾਂ ਉਸ ਦੇ ਵਾਸਤੇ ਦਸੰਬਰ 20 ਤੱਕ ਦੀ ਤਰੀਕ ਹੈ ਕਿ ਉਸ ਤੋਂ ਬਾਅਦ ਜੇਕਰ ਤੁਸੀਂ ਭੇਜੋਗੇ ਪਾਰਸਲ ਤਾਂ ਹੋ ਸਕਦਾ ਹੈ ਕਿ ਕ੍ਰਿਸਮਸ ਤੱਕ ਨਾ ਪਹੁੰਚ ਪਾਵੇ। ਜੇਕਰ ਤੁਸੀਂ ਐਕਸਪ੍ਰੈਸ ਪੋਸਟ ਦੇ ਰਾਹੀਂ ਭੇਜਣਾ ਹੈ ਤਾਂ ਦਸੰਬਰ 21 ਤੱਕ ਆਖਰੀ ਤਰੀਕ ਹੈ ਕਿ ਤੁਸੀਂ ਭੇਜ ਸਕਦੇ ਹੋ, ਜੋ ਕਿ ਲੋਕਲ ਕਿਸੇ ਨੂੰ ਭੇਜਣਾ ਹੈ ਉਸ ਵਾਸਤੇ ਹੈ। ਤੇ ਜੇਕਰ ਕਿਸੇ ਹੋਰ ਸੂਬੇ ਵਿੱਚ ਤੁਹਾਡੇ ਵੱਲੋਂ ਕਾਰਡ ਭੇਜਿਆ ਜਾ ਰਿਹਾ ਹੈ ਤਾਂ ਉਸ ਦੇ ਵਾਸਤੇ ਦਸੰਬਰ 15 ਤੱਕ ਦਾ ਸਮਾਂ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਜੇਕਰ ਐਕਸਪ੍ਰੈਸ ਦੇ ਰਾਹੀਂ ਭੇਜਣਾ ਹੈ ਤਾਂ ਦਸੰਬਰ 17 ਤੱਕ ਭੇਜਿਆ ਜਾ ਸਕਦਾ ਹੈ, ਜਿਸ ਦੇ ਵਿੱਚ ਆਮ ਦੀ ਤਰ੍ਹਾਂ ਰੇਟ ਹੋਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਇੰਟਰਨੈਸ਼ਨਲੀ ਭੇਜਣਾ ਚਾਹੁੰਦੇ ਹੋ ਤਾਂ ਉਸ ਦੇ ਵਾਸਤੇ 13 ਦਸੰਬਰ ਆਖਰੀ ਤਰੀਕ ਕਹੀ ਗਈ ਸੀ, ਯਾਨੀ ਕਿ ਜੇਕਰ ਕਿਸੇ ਨੇ ਅਮਰੀਕਾ ਦੇ ਵਿੱਚ ਪਾਰਸਲ ਭੇਜਣਾ ਹੈ ਤੇ ਇਸ ਦੇ ਨਾਲ ਹੀ ਜੇਕਰ ਕਿਸੇ ਨੇ ਐਕਸਪ੍ਰੈਸ ਪੋਸਟ ਕਰਨਾ ਹੈ ਤਾਂ ਦਸੰਬਰ 16 ਤੱਕ ਦੀ ਤਰੀਕ ਮੌਜੂਦ ਹੈ ਕਿ ਜੇਕਰ ਕਿਸੇ ਨੇ ਅਮਰੀਕਾ ਦੇ ਵਿੱਚ ਕਾਰਡ ਜਾਂ ਕੋਈ ਤੋਹਫਾ ਭੇਜਣਾ ਹੈ। ਇਸ ਦੇ ਨਾਲ ਹੀ ਇੱਕ ਪ੍ਰਾਇੋਰਟੀ ਪੈਕੇਜ ਦੀ ਚੋਣ ਵੀ ਹੁੰਦੀ ਹੈ ਤੇ ਜੇਕਰ ਅਮਰੀਕਾ ਦੇ ਵਾਸਤੇ ਤੁਸੀਂ ਉਹ ਭੇਜਣਾ ਹੈ ਤਾਂ ਦਸੰਬਰ 21 ਤੱਕ ਭੇਜਿਆ ਜਾ ਸਕਦਾ ਹੈ। ਇਹ ਤਰੀਕਾਂ ਕੈਨੇਡਾ ਪੋਸਟ ਨੇ ਜਾਰੀ ਕੀਤੀਆਂ ਨੇ ਤਾਂ ਕਿ ਜਿਨ੍ਹਾਂ ਦੇ ਵੱਲੋਂ ਵੀ ਆਪਣਿਆਂ ਨੂੰ ਤੋਹਫੇ ਭੇਜੇ ਜਾ ਰਹੇ ਨੇ ਉਹ ਕ੍ਰਿਸਮਸ ਤੱਕ ਪਹੁੰਚ ਸਕਣ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅਪਡੇਟ ਜਾਰੀ ਕੀਤੀ ਹੈ। ਸੂਬੇ ਵਿੱਚ ਹੜ੍ਹ ਦੇ ਕਰਕੇ ਲੱਗੀ ਹੋਈ ਐਮਰਜੈਂਸੀ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਹੈ। ਹੁਣ 28 ਦਸੰਬਰ ਤੱਕ ਇਹ ਐਮਰਜੈਂਸੀ ਲੱਗੀ ਰਹੇਗੀ, ਪਰ ਇਸ ਦੌਰਾਨ ਇਹ ਜ਼ਰੂਰ ਹੈ ਕਿ ਜੋ ਤੇਲ ਦੇ ਉੱਤੇ ਸੀਮਾ ਲਗਾਈ ਗਈ ਸੀ ਕਿ 30 ਲੀਟਰ ਤੋਂ ਵੱਧ ਗੈਸ ਗੈਰ ਜ਼ਰੂਰੀ ਵਾਹਨਾਂ ਦੇ ਵਿੱਚ ਨਹੀਂ ਪਵਾਈ ਜਾ ਸਕਦੀ, ਖਾਸ ਤੌਰ ਦੇ ਉੱਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ, ਤਾਂ ਉਸ ਨੂੰ ਹੁਣ 14 ਤੋਂ ਹਟਾ ਦਿੱਤਾ ਜਾਵੇਗਾ, ਯਾਨੀ ਕਿ ਕੱਲ ਤੋਂ। ਮੈਂ ਹਾਂ ਜਗਰੂਪ ਬਰਾੜ, MLA ਸਰੀ ਫਲੀਟਵੁੱਡ। BC ਵਿੱਚ ਆਏ ਭਾਰੀ ਤੂਫਾਨ ਅਤੇ ਹੜ੍ਹਾਂ ਨਾਲ ਸੰਬੰਧਿਤ ਅੱਜ 13 ਦਸੰਬਰ 2021 ਦੇ ਅਪਡੇਟਸ ਇਸ ਪ੍ਰਕਾਰ ਹਨ। BC ਸਰਕਾਰ ਨੇ ਅੱਜ ਸਟੇਟ ਆਫ ਐਮਰਜੈਂਸੀ ਨੂੰ ਇੱਕ ਵਾਰੀ ਫੇਰ 28 ਦਸੰਬਰ ਤੱਕ ਵਧਾ ਦਿੱਤਾ ਹੈ ਤਾਂ ਕਿ BC ਦੇ ਲੋਕਾਂ ਦੀ ਸੇਫਟੀ ਯਾਨੀ ਸੁਰੱਖਿਆ ਸੰਬੰਧੀ ਫੈਸਲੇ ਤੇਜ਼ੀ ਨਾਲ ਕੀਤੇ ਜਾ ਸਕਣ। ਚੰਗੀ ਖਬਰ ਇਹ ਹੈ ਕਿ ਜੋ ਫਿਊਲ ਰਿਸਟ੍ਰਿਕਸ਼ਨਸ 19 ਦਸੰਬਰ ਨੂੰ ਲਗਾਈਆਂ ਗਈਆਂ ਸਨ ਉਹ ਕੱਲ ਯਾਨੀ 14 ਦਸੰਬਰ ਤੋਂ ਹਟਾਈਆਂ ਜਾ ਰਹੀਆਂ। ਭਿਆਨਕ ਤੂਫਾਨ ਆਉਣ ਤੋਂ ਬਾਅਦ ਸਾਡੀ ਆਵਾਜਾਈ ਦਿਨੋਂ ਦਿਨ ਹੁਣ ਆਮ ਵਰਗੀ ਹੁੰਦੀ ਜਾ ਰਹੀ ਹੈ ਅਤੇ ਲੋਅਰ ਮੇਨਲੈਂਡ ਵਿੱਚ ਟ੍ਰੈਫਿਕ ਆਮ ਵਰਗੀ ਹੋਣ ਕਰਕੇ ਹੁਣ ਕਿਸੇ ਐਸੈਂਸ਼ੀਅਲ ਟਰੈਵਲ ਐਡਵਾਈਜ਼ਰੀ ਦੀ ਲੋੜ ਨਹੀਂ ਰਹੀ। ਲੋਅਰ ਮੇਨਲੈਂਡ ਅਤੇ ਬਾਕੀ ਦੇ ਇਲਾਕਿਆਂ ਦੇ ਵਿੱਚ ਆਵਾਜਾਈ ਨੂੰ ਆਮ ਵਰਗੀ ਕਰਨ ਵਾਸਤੇ ਹਾਈਵੇ ਤੇ ਰਿਪੇਅਰ ਦਾ ਵਰਕ ਤੇਜ਼ੀ ਨਾਲ ਇਸ ਵੇਲੇ ਚੱਲ ਰਿਹਾ ਹੈ। ਇਹ ਸਨ ਅੱਜ ਦਸੰਬਰ 13, 2021 ਦੇ ਹੜ੍ਹਾਂ ਨਾਲ ਸੰਬੰਧਿਤ ਅਪਡੇਟਸ। ਅਗਲੇ ਅਪਡੇਟਸ ਲੋੜ ਮੁਤਾਬਕ ਲੈ ਕੇ ਫਿਰ ਹਾਜ਼ਰ ਹੋਵਾਂਗਾ। ਮਿਹਰਬਾਨੀ। ਅਗਲੀ ਜਾਣਕਾਰੀ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਨਲਾਈਨ ਕੰਮ ਲਿਆਉਣ ਦੇ ਬਾਰੇ ਦੱਸਿਆ ਗਿਆ, ਇਸ ਦੇ ਨਾਲ ਹੀ ਪਹਿਲਾਂ ਹੀ ਕਈ ਪ੍ਰੋਗਰਾਮ ਆਨਲਾਈਨ ਆ ਵੀ ਚੁੱਕੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਜਾਣਕਾਰੀ ਜਾਰੀ ਕੀਤੀ ਹੈ। ਦਰਅਸਲ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲੰਮੇ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਹੈ ਕਿ ਫਾਈਲਾਂ ਦਾ ਕੰਮ ਡਿਜੀਟਲ ਕਰ ਦਿੱਤਾ ਜਾਵੇ ਜਿੰਨਾ ਜ਼ਿਆਦਾ ਹੋ ਸਕਦਾ ਹੈ, ਤਾਂ ਇਸ ਦੇ ਵਿੱਚ ਵੱਖੋ ਵੱਖਰੇ ਅਦਾਰਿਆਂ ਦੇ ਵਾਸਤੇ ਜੋ ਵੱਖੋ ਵੱਖਰੇ ਪ੍ਰੋਗਰਾਮ ਵੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਿਆਂਦੇ ਗਏ ਤਾਂ ਉਸ ਦੇ ਲਈ ਬਾਰ-ਬਾਰ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਿਹੜੇ ਪ੍ਰੋਗਰਾਮ ਆਨਲਾਈਨ ਨੇ ਉਹਨਾਂ ਦੇ ਵਾਸਤੇ ਆਨਲਾਈਨ ਹੀ ਫਾਈਲਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ, ਜੋ ਕਿ ਸੁਖਾਲਾ ਵੀ ਹੋ ਜਾਂਦਾ ਹੈ, ਜਿਸ ਦੀ ਪ੍ਰਕਿਰਿਆ ਵੀ ਤੇਜ਼ ਹੁੰਦੀ ਹੈ ਪੇਪਰ ਫਾਈਲ ਦੇ ਨਾਲੋਂ। ਹਜੇ ਵੀ ਕੁਝ ਪ੍ਰੋਗਰਾਮ ਅਜਿਹੇ ਨੇ ਜਿਸ ਦੇ ਵਿੱਚ ਸਿਰਫ ਪੇਪਰ ਫਾਈਲ ਹੀ ਲੱਗ ਸਕਦੀ ਹੈ, ਪਰ ਕੈਨੇਡਾ ਦੀ PR ਦੇ ਵਾਸਤੇ ਜੋ ਪ੍ਰੋਗਰਾਮ ਨੇ ਉਸ ਦੇ ਵਾਸਤੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਆਨਲਾਈਨ ਫਾਈਲ ਜਮ੍ਹਾਂ ਕਰਵਾਈ ਜਾ ਸਕਦੀ ਹੈ ਤੇ ਉਸ ਤੋਂ ਬਾਅਦ IRCC ਦੇ ਉੱਤੇ ਆਪਣੇ ਅਕਾਊਂਟ ਦੇ ਨਾਲ ਉਸ ਨੂੰ ਲਿੰਕ ਕੀਤਾ ਜਾ ਸਕਦਾ ਹੈ ਤੇ ਫਿਰ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੇਕਰ ਕੋਈ ਵੀ ਜਾਣਕਾਰੀ ਪੁੱਛੀ ਜਾਂਦੀ ਹੈ ਜਾਂ ਫਿਰ ਫਾਈਲ ਦੇ ਲਈ ਕੋਈ ਵੀ ਕਾਗਜ਼ ਮੰਗਿਆ ਜਾਂਦਾ ਹੈ ਤਾਂ ਉਹ ਉਸ ਈਮੇਲ ਦੇ ਉੱਤੇ ਭੇਜ ਦਿੰਦੇ ਨੇ, ਜੋ ਕਿ ਸੁਖਾਲਾ ਹੋ ਜਾਂਦਾ ਹੈ ਗੱਲਬਾਤ ਦੇ ਵਾਸਤੇ ਵੀ, ਕਿਉਂਕਿ ਜੋ ਪੇਪਰ ਫਾਈਲ ਹੁੰਦੀ ਹੈ ਉਸ ਦੀ COVID-19 ਦੇ ਕਰਕੇ ਵੀ ਪ੍ਰਕਿਰਿਆ ਕਾਫੀ ਜ਼ਿਆਦਾ ਲੰਮੀ ਚੱਲ ਰਹੀ ਹੈ ਕਿ
ਦਫ਼ਤਰਾਂ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀ ਜ਼ਿਆਦਾ ਗਿਣਤੀ ਵਿੱਚ ਨਹੀਂ ਸੀ ਪਹੁੰਚ ਪਾ ਰਹੇ ਜੋ ਕਿ ਘਰਾਂ ਤੋਂ ਕੰਮ ਕਰ ਰਹੇ ਸੀ ਤੇ ਉਹਨਾਂ ਦੇ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਫਾਈਲਾਂ ਦੇ ਉੱਤੇ ਕੰਮ ਕੀਤਾ ਗਿਆ ਜਿਹੜੀਆਂ ਕਿ ਆਨਲਾਈਨ ਲੱਗੀਆਂ ਹੋਈਆਂ ਸੀ। ਨਾ ਸਿਰਫ ਪੀਆਰ ਦੀ ਪ੍ਰਕਿਰਿਆ ਸਗੋਂ ਅੱਗੇ ਸਿਟੀਜ਼ਨਸ਼ਿਪ ਦੇ ਵਾਸਤੇ ਵੀ ਸਿਸਟਮ ਨੂੰ ਪੂਰਾ ਆਨਲਾਈਨ ਕੀਤੇ ਜਾਣ ਦੇ ਲਈ ਕੰਮ ਹੋ ਰਿਹਾ ਹੈ, ਜਿਸ ਦੇ ਵਿੱਚ ਹੁਣ ਮੌਕਾ ਇਹ ਵੀ ਦਿੱਤਾ ਜਾਂਦਾ ਹੈ ਕਿ ਜੋ ਬੁਕਿੰਗ ਹੈ ਟੈਸਟ ਦੀ ਤੇ ਸਿਟੀਜ਼ਨਸ਼ਿਪ ਦੇ ਵਾਸਤੇ ਜਿਨ੍ਹਾਂ ਨੇ ਅਪਲਾਈ ਕਰਨਾ ਉਹ ਆਨਲਾਈਨ ਕਰ ਸਕਦੇ ਨੇ, ਪਰ ਉਸ ਦੇ ਵਿੱਚ ਵੀ ਸਾਰਿਆਂ ਦੇ ਲਈ ਹਜੇ ਇਹ ਚੋਣ ਨਹੀਂ ਦਿੱਤੀ ਗਈ ਹੈ। ਜੋ ਆਨਲਾਈਨ ਪੋਰਟਲ ਵੀ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਜਾਣਕਾਰੀ ਮੌਜੂਦ ਹੁੰਦੀ ਹੈ ਕਿ ਕਿਹਨਾਂ ਦੇ ਵਾਸਤੇ ਇਹ ਸਰਵਿਸ ਆਨਲਾਈਨ ਆ ਗਈ ਹੈ, ਜਿਸ ਦੇ ਬਾਰੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਦੇ ਉੱਤੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ।